परम सत्कारयोग गुरमत की क्लास विच जुड़ बैठे गुरु रूप गुरु प्यारी साध संगत जीओ। वाहिगुरु जी का खालसा वाहिगुरु जी की फतेह। आप बड़े ही वडभागे हो, रोजाना की तरह गुरमत की क्लास विच जुड़ते हो। असी जो गुरबाणी की संथ्या कर रहे हाँ, अज इस पावन बाणी दे विचों धन गुरु नानक साहब सच्चे पातशाह जी द्वारा उच्चारण की हुई माज की वार उहदे नाल जुड़े हाँ, जिस विच पहले दो सलोक असी सरवण कर लए सी। अज तीसरा सलोक है जिस विच सतगुरु जी जो बख्शिश करते हैं उहदी विचार करांगे। सो बड़े ही अदब सत्कार नाल फिर एक बारी आखो जी, सतनाम श्री वाहिगुरु साहिब जी। महला पहला। दस बालतन भी श्रवण तीसा का सुंदर कहावै। सतगुरु जी धन गुरु नानक साहब सच्चे पातशाह जी सच बख्शिश करते हैं कि 10 सालां दा जीव बालपण विच हुंदा है ते 20 वरियां दा 20 भाव 20 रवण भाव वरे 20 वरियां दा 20 सालां दी उम्र वाला जदों मनुख हो जाता है तो फिर उसके अंदर काम चेष्टा वाली अवस्था पैदा हो जाती है। ते 30 का सुंदर कहावे 30 सालां दा हो के वो सोहना अखवांदा है। इन्हां जिस तरह उपर 10 अवस्था दसियां ने ना, इस तरह ये 10 साल दियां जिहड़ियां मनुख दियां अवस्थावां बयान करके ते गुरु नानक साहब जी समझा रहे ने कि जिस तरह 10 सालां दा मनुख जिहड़ा है, बच्चा जिहड़ा है, वो बालपण विच भाव बच्चा कहलाउंदा है कि इहदा बालपण है। ਜਦੋਂ ਇਹ 20 ਵਰਿਆਂ ਦਾ ਹੁੰਦਾ ਤੇ ਫਿਰ ਇਹਨੂੰ ਕਾਮ ਚੇਸ਼ਟਾ ਲੱਗਦੀ ਹੈ, ਇਹਦੇ ਅੰਦਰ ਕਾਮ ਉਤਪੰਨ ਹੁੰਦਾ ਹੈ ਤੇ 30 ਸਾਲਾਂ ਦੇ ਅੰਦਰ ਇਹ ਆਪਣੇ ਆਪ ਨੂੰ ਸੋਹਣਾ ਅਖਵਾਉਂਦਾ ਹੈ। ਤੇ ਅੱਗੇ ਨਾਲ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ 40 ਸੀ। ਇਹ ਇਹਦਾ ਭਾਵ ਅਰਥ ਹੈ ਕਿ ਜਦੋਂ 40 ਸਾਲਾਂ ਦਾ ਮਨੁੱਖ ਹੋ ਜਾਂਦਾ, 40 ਪੁਰ ਹੋਏ 85 ਪੱਗ ਖਿਸੈ 60 ਕੇ ਬੁਢੇਪਾ ਆਵੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ 40 ਸਾਲਾਂ ਦੀ ਉਮਰੇ ਭਰ ਜਵਾਨ ਹੁੰਦਾ ਹੈ। 50 ਤੇ 85 ਇੱਥੇ 85 ਨਹੀਂ ਲੈਣਾ, 85 ਨਹੀਂ ਹੈ, ਇਹ 85 ਦਾ ਅਰਥ ਹੈ ਕਿ 50 ਸਾਲ। ਜਦੋਂ ਇਹ 50 ਸਾਲਾਂ ਦਾ ਹੋ ਜਾਂਦਾ ਹੈ, 50 ਸਾਲ ਦੀ ਉਮਰ ਤੇ ਇਹ ਅੱਪੜ ਜਾਂਦਾ ਹੈ ਤੇ ਫਿਰ ਇਹ ਜਵਾਨੀ ਤੋਂ ਥੋੜਾ ਜਿਹਾ ਹੇਠਾਂ ਭਾਵ ਪੱਗ ਖਿਸਿਆ, ਇਹਦੇ ਪੈਰ ਖਿਸਣ ਲੱਗ ਜਾਂਦੇ ਨੇ ਜਵਾਨੀ ਤੋਂ, ਪਛਾਣ ਨੂੰ ਆਉਂਦਾ ਪੈਂਦਾ ਹੈ, ਬੁਢੇਪਾ ਆਉਂਦਾ ਪੈਂਦਾ ਹੈ। ਫਿਰ 60 ਕੇ ਬੁਢੇਪਾ ਆਵੇ, 60 ਸਾਲਾਂ ਦਾ ਇਹਦੇ ਉੱਤੇ ਬੁਢੇਪਾ ਆ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੇ, ਕਿਉਂਕਿ ਸ਼ਬਦ ਦੋ ਵਾਰੀ ਆ ਗਿਆ, ਇੱਕ 85 ਇੱਕ 80 ਆ। 85 ਆਖਾਂਗੇ ਤੇ 85 ਜੇ ਉੱਥੇ ਆ ਗਿਆ, ਫਿਰ 80 ਸਤਿਗੁਰੂ ਨੇ ਇੱਥੇ ਨਹੀਂ ਸੀ ਲਿਖਣਾ, ਉਹਦਾ ਭਾਵ ਅਰਥ ਹੈ 50 ਸਾਲ। ਇੱਥੇ ਭਾਵ ਅਰਥ ਹੈ 80 ਕਾ ਭਾਵ 80 ਸਾਲ। ਜਿੱਦਾਂ 70 ਸਾਲ ਦਾ ਮਨੁੱਖ ਅਕਲੋਂ ਹੀਣਾ ਹੋ ਜਾਂਦਾ ਹੈ, ਇਹ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਤੇ 80 ਕਾ ਵਿਵਹਾਰ ਨਾ ਪਾਵੇ। ਜਦੋਂ 80 ਸਾਲਾਂ ਦਾ ਹੋ ਜਾਂਦਾ ਹੈ ਨਾ, ਫਿਰ ਇਹ ਕੰਮਕਾਰ ਜੋਗਾ ਨਹੀਂ ਰਹਿੰਦਾ। ਤੇ ਸਤਿਗੁਰੂ ਜੀ ਫਿਰ 90 ਕਾ ਸਹਿਜਾਸਣੀ, ਜਦੋਂ 90 ਸਾਲ ਦਾ ਇਹਦੇ ਉੱਤੇ 90 ਸਾਲ ਦੀ ਉਮਰ ਆ ਜਾਂਦੀ ਹੈ, ਜਦੋਂ ਇਹਦੇ ਉੱਤੇ ਆਣ ਕੇ 90 ਸਾਲ ਉਮਰ ਗੁਜ਼ਰ ਜਾਂਦੀ ਹੈ, 90 ਸਾਲਾਂ ਦਾ ਹੋ ਜਾਂਦਾ ਹੈ ਤੇ ਸਹਿਜਾਸਣੀ, ਫਿਰ ਇਹ ਮੰਜੇ ਉੱਤੇ, ਸਹਿਜਾਸਣੀ ਦਾ ਭਾਵ ਅਰਥ ਹੈ ਮੰਜੇ ਉੱਤੇ ਸੱਜਣਾ। ਸਹਿਜਾਸਣੀ ਮੰਜੇ ਉੱਤੇ ਆਸਣ ਰੱਖਣ ਵਾਲਾ, ਭਾਵ ਹੁਣ ਇਹ ਬਲ ਤੋਂ ਹੀਣਾ, ਇਹਦੇ ਕੋਲ ਬਲ ਨਹੀਂ, ਇਹ ਉੱਠਣ ਜੋਗਾ ਨਹੀਂ ਰਿਹਾ
ਤੇ ਹੁਣ ਕੇਵਲ ਆਪਣਾ ਆਪ ਹੀ ਬੜੀ ਮੁਸ਼ਕਲ ਨਾਲ ਸੰਭਾਲਦਾ ਹੈ। ਉਹ ਵੀ ਨਹੀਂ ਇਹਦੇ ਕੋਲ ਸੰਭਾਲ ਹੁੰਦਾ। ਮੂਲ ਨਾ ਜਾਣੇ ਆਪ ਬਲ, ਇਹਦੇ ਕੋਲ ਆਪਣਾ ਬਲ, ਆਪਣੀ ਤਾਕਤ ਨਹੀਂ ਰਹੀ। ਹੁਣ ਇਹ 90 ਸਾਲਾਂ ਦਾ ਜਦੋਂ ਹੋ ਗਿਆ ਨਾ, ਤੇ ਇਹਦੇ ਕੋਲ ਹੁਣ ਆਪਾ ਆਪ ਵੀ ਸੰਭਾਲਣਾ ਔਖਾ ਹੋ ਗਿਆ। ਢੰਡੋਲਿਮ ਢੂੰਡਿਮ ਡਿਠ ਮੈਂ ਨਾਨਕ ਜਗ ਧੂਏ ਕਾ ਤਬਲਹਾਰ। ਫਿਰ ਧਿਆਨ ਦੇਣਾ, ਢੰਡੋਲਿਮ ਢੂੰਡਿਮ ਡਿਠ ਮੈਂ ਨਾਨਕ ਜਗ ਧੂਏ ਕਾ ਤਬਲਹਾਰ। ਤਬਲਹਾਰ ਦਾ ਭਾਵ ਹੈ ਜਿਸ ਤਰ੍ਹਾਂ ਚਿੱਟਾ, ਇਹ ਮਤਲਬ ਇਹਦੇ ਹੁਣ ਕੇਸ ਵੀ ਚਿੱਟੇ ਹੋ ਗਏ ਨੇ। ਜਿਸ ਤਰ੍ਹਾਂ ਘਰ ਦੇ ਉੱਤੇ ਸਫੇਦ ਰੰਗ ਕੀਤਾ ਹੁੰਦਾ, ਇਸ ਤਰ੍ਹਾਂ ਦਾ ਇਹ ਮਨੁੱਖ ਬਣ ਜਾਂਦਾ ਹੈ। ਢੰਡੋਲਿਮ ਭਾਵ ਜਦੋਂ ਮੈਂ ਢੂੰਡਿਆ, ਢੂੰਡਿਮ ਹੁਣ ਮੈਂ ਢੂੰਡਿਆ ਵੀ ਹੈ, ਭਾਲਿਆ ਵੀ ਹੈ, ਵੇਖਿਆ ਵੀ ਹੈ। ਡਿੱਠ ਮੈਂ ਡਿੱਠਿਆ, ਵੇਖਿਆ ਵੀ ਹੈ। ਢੂੰਡਿਮ ਭਾਲਿਆ, ਢੰਡੋਲਿਮ ਢੂੰਡਿਆ, ਮੈਂ ਢੂੰਡ ਕੇ ਵੀ ਵੇਖ ਲਿਆ, ਭਾਲ ਵੀ ਲਿਆ, ਵੇਖਿਆ ਵੀ ਹੈ ਕਿ ਅਸਲ ਵਿੱਚ ਇਹ ਜਗਤ ਇੱਕ ਚਿੱਟਾ ਪਲਸਤਰੀ ਮੰਦਿਰ ਹੈ। ਭਾਵ ਵੇਖਣ ਨੂੰ ਸੋਹਣਾ ਹੈ ਇਹ ਜਿਹੜਾ ਸਰੀਰ ਮਿਲਿਆ ਨਾ ਜਗਤ ਦੇ ਵਿੱਚ ਮਨੁੱਖ ਨੂੰ, ਇਹ ਧੂਏ ਦਾ ਇੱਕ ਖੜਾ ਕੀਤਾ ਹੋਇਆ ਪਹਾੜ ਹੈ। ਵੇਖਣ ਨੂੰ ਇਹ ਬੜਾ ਸੋਹਣਾ ਲੱਗਦਾ ਹੈ, ਪਰ ਹੈ ਧੂਏ ਦਾ। ਭਾਵ ਇਹ ਸਦਾ ਕਾਇਮ ਰਹਿਣ ਵਾਲਾ ਨਹੀਂ। ਜਿਸ ਤਰ੍ਹਾਂ ਧੂਆਂ ਉੱਠਦਾ ਏ ਤੇ ਉਹ ਅਸੀਂ ਵੇਖਦੇ ਹਾਂ ਇੱਕ ਬੱਦਲ ਦੀ ਨਿਆਈ, ਜਿਸ ਤਰ੍ਹਾਂ ਬੱਦਲ ਹੁੰਦਾ ਇਸ ਤਰ੍ਹਾਂ ਉਹ ਧੂਆਂ ਆਕਾਸ਼ ਵਿੱਚ ਉੱਠਦਾ ਉੱਠਦਾ ਹੌਲੀ ਹੌਲੀ ਖਿਲਰਦਾ ਖਿਲਰਦਾ ਖਿਲਰ ਜਾਂਦਾ ਹੈ। ਉਹਦਾ ਕੋਈ ਬੇਸ ਨਹੀਂ ਹੈ, ਉਹ ਖਤਮ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਜਗਤ ਵੀ ਇੱਕ ਧੂਏ ਦਾ ਪਹਾੜ ਹੈ, ਧਵਲਹਰ ਹੈ। ਧਵਲਹਰ ਭਾਵ ਧੂਏ ਦਾ ਇੱਕ ਪਹਾੜ ਹੈ। ਇਹ ਜਦੋਂ ਅਸੀਂ ਇਹਨੂੰ ਵੇਖਦੇ ਹਾਂ ਤੇ ਵੇਖਦਿਆਂ ਹੀ ਇਸ ਜਗਤ ਦੇ ਵਿੱਚੋਂ ਕਈ ਆਏ, ਕਈ ਚਲੇ ਗਏ, ਕਈਆਂ ਨੇ ਚਲੇ ਜਾਣਾ। ਸਾਡੇ ਹੁੰਦਿਆਂ ਹੀ, ਸਾਡੇ ਵੇਖਦਿਆਂ ਹੀ, ਇਸ ਕਰਕੇ ਇੱਥੇ ਕੋਈ ਵੀ ਮਨੁੱਖ ਜਿਹੜਾ ਵਾ ਉਹ ਸਦਾ ਰਹਿਣ ਵਾਲਾ ਨਹੀਂ। ਇਸ ਕਰਕੇ ਆਪਣੇ ਉਮਰ ਦੇ ਉੱਤੇ, ਆਪਣੀ ਜਵਾਨੀ ਦੇ ਉੱਤੇ, ਆਪਣੀ ਤਾਕਤ ਦੇ ਉੱਤੇ ਮਾਣ ਨਾ ਕਰ। ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ ਅਗੰਮ, ਜਿਸ ਤੱਕ ਪਹੁੰਚ ਨਾ ਸਕੇ ਕੋਈ। ਸਤਿਗੁਰੂ ਜੀ ਕਹਿੰਦੇ, ਹੇ ਪ੍ਰਭੂ ਤੂੰ ਸਿਰਜਣਹਾਰ ਹੈ, ਕਰਤਾ ਪੁਰਖ ਸਭ ਵਿੱਚ ਮੌਜੂਦ ਹੈ, ਫਿਰ ਵੀ ਤੇਰੇ ਤੇ ਕਿਸੇ ਦੀ ਪਹੁੰਚ ਨਹੀਂ। ਤੂੰ ਆਪ ਹੀ ਸਾਰੇ ਸ੍ਰਿਸ਼ਟੀ ਨੂੰ ਉਪਾਦੀ ਭਾਵ ਪੈਦਾ ਕੀਤਾ। ਰੰਗ ਪਰੰਗ ਉਪਾਰ ਜਨਾ, ਬਹੁ ਬਹੁ ਵਿਦ ਭਾਤੀ। ਰੰਗ ਤੇ ਭਰੰਗ ਭਾਵ ਕਈਆਂ ਰੰਗਾਂ ਦੀ ਇਹ ਰਚਨਾ ਜਿਹੜੀ ਹੈ, ਜਿਹੜੀ ਤੂੰ ਸਾਜੀ ਹੈ, ਕਈਆਂ ਰੰਗਾਂ ਦੀ, ਕਈਆਂ ਕਿਸਮਾਂ ਦੀ, ਕਈਆਂ ਤਰੀਕਿਆਂ ਦੇ ਨਾਲ ਪੈਦਾ ਕੀਤੀ ਹੈ। ਉਪਾਰਜਨਾ ਭਾਵ ਪੈਦਾ ਕੀਤਾ। ਤੂੰ ਇਹਨਾਂ ਨੂੰ ਕਈਆਂ ਤਰੀਕਿਆਂ ਦੇ ਨਾਲ ਬਣਾਇਆ ਹੈ। ਤੇ ਪਰ ਤੂੰ ਜਾਣਾਹਿ ਜਿਨ ਉਪਾਈਐ, ਤੂੰ ਜਾਣ ਹੈ ਜਿਨ ਉਪਾਈਐ, ਸਭ ਖੇਲ ਤੁਮਾਤੀ। ਜਗਤ ਦਾ ਇਹ ਸਾਰਾ ਤਮਾਸ਼ਾ ਤੇਰਾ ਹੀ ਬਣਾਇਆ ਹੋਇਆ ਹੈ। ਇਸ ਤਮਾਸ਼ੇ ਦੇ ਭੇਦ ਨੂੰ ਤੂੰ ਆਪ ਹੀ ਜਾਣਦਾ ਹੈ। ਤੇ ਜਿਸ ਨੇ ਇਹ ਖੇਲ ਬਣਾਇਆ ਹੈ, ਇਹ ਸਾਰਾ ਕੁਝ, ਇਹ ਸਾਰਾ ਸਭ ਕੁਝ ਬਣਾਇਆ ਹੋਇਆ ਤੂੰ ਆਪ ਹੀ ਇਹਨੂੰ ਵੇਖ ਰਿਹਾ ਹੈ। ਤੂੰ ਜਾਣ ਹੈ ਜਿਨ ਉਪਾਈਐ, ਸਭ ਖੇਲ ਤੁਮਾਤੀ। ਫਿਰ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਇੱਕ ਆਵਹਿ ਇੱਕ ਜਾਹੇ ਉੱਠ, ਬਿਨ ਨਾਵੈ ਮਰ ਜਾਤੀ। ਇਸ ਤਮਾਸ਼ੇ ਵਿੱਚ ਕਈ ਜੀਵ ਆ ਰਹੇ ਹਨ ਤੇ ਕਈ ਤਮਾਸ਼ਾ ਵੇਖ ਕੇ ਤੁਰੇ ਜਾ ਰਹੇ ਹਨ, ਪਰ ਜੋ ਨਾਮ ਤੂੰ ਸਖਣਿਆਂ ਨੂੰ ਮਰ ਕੇ ਭਾਵ ਦੁਖੀ ਹੋ ਕੇ ਇਸ ਧਰਤੀ ਤੋਂ ਚਲੇ ਜਾਂਦੇ ਹਨ। ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ। ਉਹ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਪ੍ਰਭੂ ਦੇ ਪਿਆਰ ਵਿੱਚ ਗੂੜੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਵਿੱਚ ਰੰਗੇ ਹੋਏ ਹਨ। ਕਿਹੜੇ? ਜੋ ਸੇਵੋ ਸਤ ਨਿਰੰਜਨ ਹਰ ਪੁਰਖ ਵਿਦਾਤੀ। ਜੋ ਪ੍ਰਭੂ ਸਰਬ ਵਿਆਪਕ ਪਰਮਾਤਮਾ ਹੈ ਨਾ, ਜਿਹੜਾ ਜਗਤ ਦਾ ਰਚਣ ਵਾਲਾ ਹੈ, ਸਦਾ ਸਥਿਰ ਰਹਿਣ ਵਾਲਾ ਹੈ,
ਜਿਹੜਾ ਮਾਇਆ ਤੋਂ ਰਹਿਤ ਹੈ, ਮਾਇਆ ਦੇ ਬੰਧਨਾਂ ਵਿੱਚ ਨਹੀਂ। ਨਿਰੰਜਨੋਂ ਭਾਵ ਉਹ ਮਾਇਆ ਤੋਂ ਰਹਿਤ ਹੈ। ਵਿਧਾਤੀ ਭਾਵ ਵਿਧਾਤਾ ਸਿਰਜਣਹਾਰ। ਉਹ ਜਿਹੜਾ ਪੁਰਖ ਹੈ ਨਾ ਪ੍ਰਮਾਤਮਾ, ਸਾਰਿਆਂ ਨੂੰ ਪੈਦਾ ਕਰਨ ਵਾਲਾ। ਹੈ ਭਾਈ, ਜੇ ਤੁਸੀਂ ਉਹਦੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋ, ਪ੍ਰਮਾਤਮਾ ਦੇ ਸਨਮੁਖ ਹੋ, ਤੇ ਫਿਰ ਸਦਾ ਉਸਨੂੰ ਸਿਮਰੋ। ਇਹ ਦੋਨੋਂ ਪੰਕਤੀਆਂ ਧਿਆਨ ਨਾਲ ਪੜ੍ਹਨੀਆਂ। ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ, ਜੇ ਤੇਰਾ ਮਨ ਜਿਹੜਾ ਵਾ ਗੁਰੂ ਦੇ ਸਨਮੁਖ ਹੈ ਤੇ ਪ੍ਰਭੂ ਦੇ ਪਿਆਰ ਵਿੱਚ ਗੂੜੇ ਰੰਗ ਵਿੱਚ ਰੰਗਿਆ ਹੋਇਆ ਹੈ, ਨਿਰੋਲ ਹਰੀ ਦੇ ਪਿਆਰ ਵਿੱਚ ਰੰਗਿਆ ਹੋਇਆ ਹੈ, ਤੇ ਫਿਰ ਹਰ ਪੁਰਖ ਵਿਧਾਤੀ, ਫਿਰ ਉਸ ਸਿਰਜਣਹਾਰ ਪ੍ਰਮਾਤਮਾ ਨੂੰ ਸਿਮਰ। ਸੋ ਸੇਵੋ, ਕਿਹਨੂੰ? ਪੁਰਖ ਨੂੰ। ਵਿਧਾਤੀ ਸਿਰਜਣਹਾਰ, ਜਿਹੜਾ ਸਿਰਜਣ ਵਾਕਾ ਸਿਰਜਣਾ ਕਰਨ ਵਾਲਾ। ਤੂੰ ਆਪੇ ਆਪ ਸੁਜਾਨ ਹੈ, ਵੱਡ ਪੁਰਖ ਵਡਾਤੀ। ਹੁਣ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ हे ਪ੍ਰਭੂ, ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈ, ਸੁਜਾਨ, ਤੂੰ ਸਿਆਣਾ ਹੈ, ਵੱਡਾ ਪੁਰਖ ਹੈ, ਤੂੰ ਆਪ ਹੀ ਸਭ ਨੂੰ ਜਾਣਨ ਵਾਲਾ ਹੈ। ਜੋ ਮਨ ਚਿੱਤ ਤੁਧ ਧਿਆਏਂਦੇ, ਮੇਰੇ ਸੱਚਿਆ ਬਲ ਬਲ ਹੋਂ ਤਿਨ ਜਾਤੀ। ਹੇ ਮੇਰੇ ਸੱਚੇ ਸਾਹਿਬ, ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਇਹ ਪਹਿਲੀ ਪੌੜੀ ਸਮਾਪਤ ਹੋਈ ਹੈ। ਹੁਣ ਅੱਗੇ ਸਤਿਗੁਰੂ ਜੀ ਅਗਲੀ ਪੌੜੀ ਦੇ ਨਾਲ ਜਿਹੜੇ ਸ਼ਲੋਕ ਨੇ ਉਹ ਬਖਸ਼ਿਸ਼ ਕਰਦੇ ਹਨ। ਸੋ ਮੈਂ ਨਾਲ ਹੀ ਇਸ ਨੂੰ ਅੱਗੇ ਪੇਜ ਨੂੰ ਕਰ ਦੇਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੂੰ। ਹਾਂਜੀ, ਵਾਹਿਗੁਰੂ ਜੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਗੁਰੂ ਸਾਹਿਬ ਕਹਿੰਦੇ ਨੇ ਕਿ ਪ੍ਰਭੂ ਨੇ ਜਿੰਦ ਪਾ ਕੇ ਮਨੁੱਖ ਦਾ ਸਰੀਰ ਬਣਾਇਆ ਹੈ, ਤੇ ਇਹਦੀ ਜਿਹੜੀ ਘਾੜਤ ਹੈ ਬਹੁਤ ਸੋਹਣੀ ਘੜੀ ਹੈ। ਅੱਖੀਂ ਦੇਖੈ ਜਿਹਵਾ ਬੋਲੇ, ਕੰਨੀ ਸੁਰਤ ਸਮਾਏ। ਹੁਣ ਪ੍ਰਮਾਤਮਾ ਦੀ ਵਡਿਆਈ ਕਰਦੇ ਹੋਏ ਮਨੁੱਖ ਦੇ ਸਰੀਰ ਦੀ ਗੱਲ ਕਰਦੇ ਨੇ ਕਿ ਵੇਖੋ, ਪ੍ਰਮਾਤਮਾ ਨੇ ਏਡੀ ਸੋਹਣੀ ਮਨੁੱਖ ਦੀ ਦੇਹੀ ਘੜੀ ਹੈ ਕਿ ਅੱਖਾਂ ਦੇ ਨਾਲ ਵੇਖਦਾ ਏ, ਕੰਨਾਂ ਦੇ ਨਾਲ ਸੁਣਦਾ ਏ, ਤੇ ਇਹ ਜਿਹੜੀ ਜੇਵਾ ਦਿੱਤੀ ਇਹਦੇ ਨਾਲ ਬੋਲਦਾ ਏ। ਪੈਰੀਂ ਚੱਲੇ ਹੱਥੀਂ ਕਰਣਾ, ਜਿੱਤਾ ਪੈਨੇ ਖਾਏ। ਭਈ ਪੈਰਾਂ ਦੇ ਨਾਲ ਤੁਰ ਕੇ ਧਰਤੀ ਗਾਹ ਲੈਂਦਾ ਏ, ਹੱਥਾਂ ਦੇ ਨਾਲ ਕੰਮ ਕਰਕੇ ਇਹ ਕਮਾਈ ਕਰਦਾ ਏ, ਤੇ ਜੋ ਪ੍ਰਮਾਤਮਾ ਇਹਨੂੰ ਦਿੰਦਾ ਏ ਉਹ ਕਮਾਇਆ ਹੋਇਆ ਉਹਦੇ ਵਿੱਚੋਂ ਆਪ ਖਾਂਦਾ ਏ ਤੇ ਪਹਿਨਦਾ ਹੈ। ਜਿਨ ਰਚਿਆ, ਵਾਹਿਗੁਰੂ, ਜਿਨ ਰਚ ਰਚਿਆ ਤਿਸ ਹੈ ਨਾ ਜਾਣੈ, ਅੰਧਾ ਅੰਧ ਕਮਾਏ। ਇਹ ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੋਇਆ, ਏਡੀ ਸੋਹਣੀ ਦੇਹ ਦਿੱਤੀ ਹੋਈ ਹੈ, ਪਰ ਇਹ ਸਾਰਾ ਕੁਝ ਕਰਦਾ ਹੋਇਆ ਕਹਿੰਦਾ ਮੈਂ ਕੀਤਾ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਨਹੀਂ, ਇਹ ਮਨੁੱਖ ਹਨੇਰੇ ਵਿੱਚ ਹੈ, ਅੰਨਾ ਹੋਇਆ। ਅੰਧ ਭਾਵ ਅੰਨਿਆਂ ਵਾਲਾ ਕੰਮ ਹੈ ਇਹਦਾ, ਕਿ ਦਿੱਤਾ ਪ੍ਰਮਾਤਮਾ ਨੇ, ਜਿਹਨੇ ਇਹਨੂੰ ਰਚਿਆ ਹੈ, ਜਿਹਨੇ ਇਹਨੂੰ ਬਣਾਇਆ ਹੈ। ਜਿਨ ਰਚ ਰਚਿਆ, ਜਿਹਨੇ ਸਰੀਰ ਬਣਾ ਕੇ ਇਹਨੂੰ ਸਵਾਰਿਆ ਹੈ, ਰਚਿਆ ਹੈ। ਰਚ ਬਣਾਇਆ ਤੇ ਰਚਿਆ, ਉਹਨੂੰ ਸਵਾਰਿਆ। ਕਿਸੇ ਨਾ ਜਾਣੇ, ਉਹਨੂੰ ਹੁਣ ਪਛਾਣਦਾ ਵੀ ਨਹੀਂ ਜਿਹਨੇ ਇਹਨੂੰ ਪੈਦਾ ਕੀਤਾ। ਇਹ ਹੁਣ ਅੰਨਿਆਂ ਵਾਲਾ ਕੰਮ ਕਰਦਾ ਹੈ, ਭਾਵ ਬੇਸਮਝੀ ਵਾਲਾ ਇਹ ਜੀਵਨ ਜਿਹੜਾ ਬਤੀਤ ਕਰ ਰਿਹਾ ਹੈ। ਜਾਂ ਭੱਜੈ ਤਾਂ ਠੀਕ ਗੁਰ ਹੋਵੈ, ਘਾੜਤ ਘੜੀ ਨਾ ਜਾਏ। ਹੁਣ ਧਿਆਨ ਦਿਓ, ਜਦੋਂ ਇਹ ਸਰੀਰ ਦਾ ਭਾਂਡਾ ਜਿਹੜਾ ਟੁੱਟ ਜਾਂਦਾ ਹੈ ਨਾ, ਇਹਦਾ ਜਿਹੜਾ ਠੀਕ ਕਰਾਏ, ਇਹ ਸਰੀਰ ਦਾ ਜਿਹੜਾ ਭਾਂਡਾ ਇਹ ਟੁੱਟ ਜਾਂਦੇ ਤੇ ਠੀਕਰੇ ਠੀਕਰੇ ਹੋ ਜਾਂਦੇ ਨੇ, ਭਾਵ ਖਿਲਰ ਜਾਂਦਾ ਹੈ, ਫਿਰ ਇਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਹੁਣ ਇੱਕ ਵਾਰੀ ਸਰੀਰ ਦੇ ਨਾਲੋਂ ਕੋਈ ਅੰਗ ਲੈ ਜਾਏ, ਦੁਬਾਰਾ ਲਾ ਵੀ ਲਈਏ ਤੇ ਉਹ ਇੱਕ ਵਾਰੀ ਜੋੜਤ ਪੈ ਜਾਂਦਾ ਨਾ, ਉਹ ਕੰਮ ਨਹੀਂ ਕਰਦਾ ਜੋ ਕੰਮ ਪ੍ਰਮਾਤਮਾ ਦੇ ਬਣਾਇਆ ਹੋਏ ਭਾਂਡਾ ਕਰਦਾ। ਜਿਸ ਤਰ੍ਹਾਂ ਘੜਾ ਹੀ ਲੈ ਲਓ, ਉਸ ਘੜੇ ਨੂੰ ਤੋੜ ਦਿਓ, ਦੁਬਾਰਾ ਉਹਨੂੰ ਜੋੜੀਏ ਤੇ ਉਹਦੇ ਵਿੱਚ ਜਿਹੜੀਆਂ ਨੇ ਤਰੇੜਾਂ ਪੈ ਜਾਣਗੀਆਂ।
ਉਹ ਫਿਰ ਉਹ ਸੋਹਣਾ ਘੜਾ ਨਹੀਂ ਲੱਗੇਗਾ ਜਿਹੜਾ ਉਹ ਮਾਲਕ ਵੱਲੋਂ ਬਣਾਇਆ ਸੀ। ਉਹ ਘੜਾ ਟੁੱਟਾ ਹੋਇਆ ਨਜ਼ਰ ਆਏਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਇਸੇ ਤਰ੍ਹਾਂ ਇਹ ਸਰੀਰ ਰੂਪੀ ਜਿਹੜਾ ਘੜਾ ਏ, ਜਦੋਂ ਇਹਦੀ ਬਣਤਰ ਬਣਦੀ ਹੈ ਬੜਾ ਸੋਹਣਾ ਹੈ, ਪਰ ਜਦੋਂ ਇਹ ਟੁੱਟ ਜਾਂਦਾ ਹੈ ਤੇ ਫਿਰ ਇਹ ਸੋਹਣਾ ਨਹੀਂ ਲੱਗਦਾ, ਫਿਰ ਦੁਬਾਰਾ ਇਹ ਬਣਦਾ ਵੀ ਨਹੀਂ। ਨਾਨਕ ਗੁਰ ਬਿਨ ਨਾਹਿ ਪਤ, ਪਤ ਬਿਨ ਪਾਰ ਨ ਪਾਏ। ਪਤ ਦਾ ਭਾਵ ਹੈ ਇੱਜ਼ਤ। ਦੂਸਰੇ ਸ਼ਬਦਾਂ ਵਿੱਚ ਪ੍ਰਭੂ ਦੀ ਮਿਹਰ। ਸੰਸਾਰੀ ਰੂਪ ਚ ਅਸੀਂ ਇੱਜ਼ਤ ਆਖਾਂਗੇ, ਪਰ ਉਹ ਪ੍ਰਮਾਤਮਾ ਦੀ ਮਿਹਰ ਹੀ ਹੈ ਜੋ ਸਾਨੂੰ ਇੱਜ਼ਤ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਮਨੁੱਖ ਹੈ ਨਾ, ਅੰਨਾ ਹੈ, ਗੁਰੂ ਦੀ ਸ਼ਰਨ ਤੋਂ ਬਿਨਾਂ ਬਖਸ਼ਿਸ਼ ਤੋਂ ਵਾਂਝਿਆ ਰਹਿੰਦਾ ਹੈ। ਉਹਦੀ ਸ਼ਰਨ ਨਹੀਂ ਜਾਂਦਾ, ਉਹਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰਦਾ ਗੁਰੂ ਦੀ। ਨਾਨਕ ਗੁਰ ਬਿਨ ਨਾਹਿ ਪਤ। ਇਹ ਭਾਈ ਪ੍ਰਭੂ ਦੀ ਮਿਹਰ ਤੋਂ ਬਿਨਾਂ ਮਨੁੱਖ ਦੀ ਇੱਜ਼ਤ ਨਹੀਂ, ਉਹਦੇ ਉੱਤੇ ਰਹਿਮਤ ਨਹੀਂ ਹੋ ਸਕਦੀ। ਪਤ ਬਿਨ ਪਾਰ ਨਾ ਪਾਏ। ਹੁਣ ਦੋ ਸ਼ਬਦ ਆਏ ਨੇ। ਪਹਿਲਾ ਉਹਦੀ ਜਿਹੜਾ ਵਾ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾਂ ਇੱਜ਼ਤ ਨਹੀਂ ਮਿਲਦੀ, ਤੇ ਪ੍ਰਮਾਤਮਾ ਦੀ ਪ੍ਰਭੂ ਦੀ ਮਿਹਰ ਤੋਂ ਬਿਨਾਂ ਇੱਜ਼ਤ ਹਾਸਲ ਨਹੀਂ ਹੋ ਸਕਦੀ। ਨਾ ਹੀ ਇੱਜ਼ਤ ਮਿਲਦੀ ਹੈ ਤੇ ਨਾ ਹੀ ਪ੍ਰਭੂ ਦੀ ਮਿਹਰ ਤੋਂ ਬਿਨਾਂ ਇੱਜ਼ਤ ਬਣਦੀ ਹੈ। ਪਤ ਬਿਨ ਪਾਰ ਨਾ ਪਾਏ। ਉਹਦੀ ਮਿਹਰ ਤੋਂ ਬਿਨਾਂ ਇਹ ਨਾ ਹੀ ਅੱਗੇ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਸਕਦਾ ਹੈ। ਮਹੱਲਾ ਦੂਜਾ। ਦਿਨ ਦੇ ਥਾਮਹੁ ਦਿੱਤਾ ਚੰਗਾ, ਮਨ ਮੁਖ ਐਸਾ ਜਾਣੀਐ। ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ ਕਿ ਉਸਨੂੰ ਦੇਣੇ ਵਾਲੇ ਪਰਮਾਤਮਾ ਨਾਲੋਂ ਉਸਦਾ ਦਿੱਤਾ ਹੋਇਆ ਪਦਾਰਥ ਚੰਗਾ ਲੱਗਦਾ। ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਹੈ। ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ। ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ ਅਜਿਹੀ ਨੀਵੀਂ ਹੈ ਕਿ ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬ ਕਹਿੰਦੇ ਕਿ ਜੇ ਲਫ਼ਜ਼ਾਂ ਦੇ ਵਿੱਚ ਬਿਆਨ ਕੀਤੀ ਜਾ ਸਕੇ, ਉਹ ਬਿਆਨ ਐਸੀ ਹੈ ਕਿ ਲਫ਼ਜ਼ਾਂ ਨਾਲ ਲਿਖ ਦਈਏ ਉਹ ਨਹੀਂ, ਕਿਉਂਕਿ ਉਹਦੀ ਜਿਹੜੀ ਮਨੁੱਖ ਦੀ ਸੂਝ, ਅਕਲ ਤੇ ਸਿਆਣਪ ਬੜੀ ਨੀਵੀਂ ਹੈ। ਅੰਤਰ ਬਹਿ ਕੇ ਕਰਮ ਕਮਾਵੈ, ਸੋਚਾਂ ਕੁੰਤੀ ਜਾਣੀਐ। ਉਹ ਆਪਣੇ ਵੱਲੋਂ ਲੁਕ ਕੇ ਮੰਦੇ ਕਰਮ ਕਰਦਾ ਹੈ। ਅਸੀਂ ਵੀ ਇਸ ਤਰ੍ਹਾਂ ਹੀ ਕਰਦੇ ਹਾਂ ਨਾ, ਕਿ ਸੰਸਾਰੀ ਲੋਕ ਨਾ ਵੇਖਣ, ਅਸੀਂ ਆਖਦੇ ਹਾਂ ਵੀ ਕੌਣ ਵੇਖ ਰਿਹਾ, ਅਸੀਂ ਇਸ ਤਰ੍ਹਾਂ ਕਰੀਏ ਵੀ ਇਸ ਤਰ੍ਹਾਂ ਕਰ ਲਈਏ, ਸਾਨੂੰ ਕਿਹੜਾ ਕੋਈ ਤੱਕ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਨਹੀਂ ਭਾਈ, ਅੰਤਰ ਬਹਿ ਕੇ ਕਰਮ ਕਮਾਵੈ, ਲੁਕ ਕੇ ਇਹ ਮੰਦੇ ਕਰਮ ਕਰਦਾ ਹੈ। ਸੋਚਾਂ ਕੁੰਤੀ ਜਾਣੀਐ। ਗੁਰੂ ਸਾਹਿਬ ਕਹਿੰਦੇ ਨੇ ਭਲਿਆ ਤੂੰ ਇਹ ਮਨ ਵਿੱਚ ਸੋਚ ਲਵੇਂ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ। ਅਸਲ ਵਿੱਚ ਉਹ ਹਰ ਪਾਸੇ, ਹਰ ਥਾਂ ਉਹਦੀ ਇਹ ਕੀਤੀ ਹੋਈ ਹਰਕਤ ਸਾਹਮਣੇ ਹੋ ਜਾਂਦੀ ਹੈ, ਨਸ਼ਰ ਹੋ ਜਾਂਦੀ ਹੈ, ਭਾਵ ਸਾਹਮਣੇ ਆ ਜਾਂਦੀ ਹੈ। ਪ੍ਰਮਾਤਮਾ ਤੋਂ ਉਹ ਨਹੀਂ ਰੁਕੀ ਜਾ ਸਕਦੀ। ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ, ਪਾਪ ਕਮਾਣੈ ਪਾਪੀ ਜਾਣੀਐ। ਕੁਦਰਤ ਦਾ ਨਿਯਮ ਹੈ ਕਿ ਜੋ ਮਨੁੱਖ ਭਲਾ ਕਰਮ ਕਰਦਾ ਉਸਦਾ ਨਾਮ ਧਰਮੀ ਪੈ ਜਾਂਦਾ। ਅਸੀਂ ਕਹਿੰਦੇ ਨੇ ਧਰਮੀ ਹੈ ਮਨੁੱਖ, ਇਹ ਧਰਮ ਕਮਾਉਣ ਵਾਲਾ ਹੈ। ਧਰਮੀ ਮਨੁੱਖ ਜਿਹੜਾ ਵਾ ਹਮੇਸ਼ਾ ਧਰਮ ਕਮਾਉਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ। ਮਨੁੱਖ ਨੂੰ ਕਹਿੰਦੇ ਕਿ ਇਹ ਧਰਮੀ ਮਨੁੱਖ ਹੈ, ਤੇ ਜਿਹੜਾ ਪਾਪ ਕਮਾਉਂਦਾ ਉਹਨੂੰ ਲੋਕ ਕਹਿੰਦੇ ਨੇ ਇਹ ਪਾਪੀ ਹੈ। ਪਾਪ ਕਮਾਣਾ ਪਾਪੀ ਜਾਣੀਏ। ਲੋਕ ਜਿਹੜੇ ਪਾਪ ਕਰਦੇ ਨੇ ਉਹਨਾਂ ਨੂੰ ਲੋਕ ਆਖਦੇ ਨੇ ਇਹ ਪਾਪੀ, ਜਿਹੜਾ ਮੰਦੇ ਕਰਮ ਕਰਦੇ ਨੇ। ਤੂੰ ਆਪੇ ਖੇਲ ਕਰਹਿ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ। ਪਰ ਮੰਦਾ ਕਿਸ ਨੂੰ ਆਖੀਏ ਕਿ ਪ੍ਰਭੂ ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈ, ਤੇ ਤੂੰ ਹੋਰ ਕਿਹੜਾ ਦਸੀਏ ਵੱਖਰਾ ਜਿਹੜਾ ਹੋਵੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਜਿੱਚਰ ਤੇਰੀ ਜੋਤ, ਤਿੱਚਰ ਜੋਤੀ ਵਿੱਚ ਤੂੰ ਬੋਲੇ ਹੈ ਵਿਣ ਜੋਤੀ, ਕੋਈ ਕਿਛ ਕਰੇ ਉਹ ਦਿਖਾ ਸਿਆਣੀ ਹੈ। ਉਹਨੇ ਤੇ ਧਿਆਨ ਨਾਲ ਵਿਸ਼ਰਾਮ ਦੇਣੇ, ਕਿਉਂਕਿ
ਗੁਰੂ ਸਾਹਿਬ ਦੇ ਇਸ ਪੰਕਤੀ ਦੇ ਜਿਹੜੇ ਵਿਸ਼ਰਾਮ ਉਹ ਧਿਆਨ ਨਾਲ ਫਿਰ ਮੈਂ ਆਪ ਜੀ ਨੂੰ ਬੋਲ ਦੇਵਾਂ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ ਹੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਗੁਰੂ ਸਾਹਿਬ ਹੁਣ ਇਹਦੇ ਭਾਵ ਅਰਥ ਵੀ ਸਮਝ ਲਿਓ ਕਿ ਜੀਵਾਂ ਦੇ ਅੰਦਰ ਜਿਤਨਾ ਚਿਰ ਇਹ ਪ੍ਰਮਾਤਮਾ ਤੇਰੀ ਜੋਤ ਮੌਜੂਦ ਹੈ, ਉਤਨਾ ਚਿਰ ਉਸ ਜੋਤ ਵਿੱਚ ਤੂੰ ਆਪ ਹੀ ਬੋਲਦਾ ਹੈ। ਹੁਣ ਇਹ ਬੋਲੇ ਤੱਕ ਹੈ, ਅੱਗੋਂ ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਜਦੋਂ ਤੇਰੀ ਜੋਤ ਨਿਕਲ ਜਾਏ ਤਾਂ ਸਤਿਗੁਰੂ ਜੀ ਕਹਿੰਦੇ ਭਲਾ ਕੋਈ ਕੁਝ ਕਰੇ ਤਾਂ ਸਹੀ। ਵਿਣ ਜੋਤੀ, ਜਦੋਂ ਜੋਤੀ ਤੋਂ ਬਗੈਰ ਭਾਵ ਜਿਹੜੀ ਜੋਤ ਟਿਕਾਈ ਹੋਈ ਉਸ ਤੋਂ ਬਗੈਰ ਕੋਈ ਕਿਛ ਕਰਿਓ, ਕੋਈ ਕਰਕੇ ਸਾਹਮਣੇ ਪੇਸ਼ਤ ਕਰੇ ਦਿਖਾ ਸਿਆਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਪਰਖ ਕਰਕੇ ਵੇਖੀਏ ਕਿ ਭਲਾ ਕੋਈ ਤੇਰੀ ਜੋਤ ਤੋਂ ਬਗੈਰ ਕੋਈ ਕਰਮ ਕਰ ਸਕਦਾ ਹੈ, ਭਾਵ ਕਿ ਤੇਰੀ ਜੋਤ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ, ਸੋ ਮਨਮੁਖ ਵਿੱਚ ਵੀ ਤੇਰੀ ਹੀ ਜੋਤ ਹੈ। ਹੁਣ ਇੱਥੇ ਥੋੜਾ ਜਿਹਾ ਮਨ ਟਿਕਾ ਲੈਣਾ, ਕਿਉਂਕਿ ਸਮੁੱਚੇ ਜਿਹੜਾ ਵਾ ਸਲੋਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸਲੋਕ ਸੀ। ਇਹ ਧਿਆਨ ਦੇਣਾ ਕਿ ਮਨ ਵਿੱਚ ਇਹ ਨਾ ਵਹਿਮ ਪਾ ਲਈਏ ਕਿ ਜੇ ਮੰਦਾ ਕਰਮ ਕਰਾਉਂਦਾ ਹੈ ਪ੍ਰਮਾਤਮਾ ਹੀ ਕਰਾਉਂਦਾ। ਇਹ ਜ਼ਰੂਰ ਰੱਖਣਾ ਹੈ ਕਿ ਕਿਰਤ ਕਰਮ ਕੇ ਵਿਛੜੇ, ਕੀਤੇ ਹੋਏ ਕਰਮਾਂ ਕਰਕੇ ਪ੍ਰਮਾਤਮਾ ਨੂੰ ਅਸੀਂ ਵਿਸਾਰਦੇ, ਉਹਦੇ ਨਾਲੋਂ ਵਿਛੜਦੇ ਹਾਂ। ਇਹ ਨਹੀਂ ਹੁਣ ਜੇ ਮੰਦੇ ਕਰਮ ਕਰਨ ਲੱਗ ਪਏ ਆ ਤੇ ਪ੍ਰਮਾਤਮਾ ਫਿਰ ਉਹਨੂੰ, ਜੇ ਆਪਾਂ ਰਸਤਾ ਜਿਹੜਾ ਹੈ ਉਹ ਉੱਤਰ ਵੱਲ ਨੂੰ ਜਾ ਰਿਹਾ ਤੇ ਸਾਨੂੰ ਕੋਈ ਆਖੇ ਕਿ ਭਲਿਆ ਉੱਤਰ ਵੱਲ ਨੂੰ ਜਾਣਾ, ਅਸੀਂ ਦੱਖਣ ਵੱਲ ਨੂੰ ਤੁਰ ਪਈਏ, ਭਾਵ ਉਲਟੇ ਰਸਤੇ ਤੁਰ ਪਈਏ, ਤੇ ਫਿਰ ਇਹਦੇ ਵਿੱਚ ਪ੍ਰਮਾਤਮਾ ਦਾ ਕੋਈ ਕਸੂਰ ਨਹੀਂ, ਕਿਉਂਕਿ ਦੱਸਣ ਵਾਲੇ ਨੇ ਇਹ ਦੱਸਿਆ ਸੀ। ਤੇ ਫਿਰ ਜਿਹੜੀ ਦਿਸ਼ਾ ਨੂੰ ਤੂੰ ਤੁਰ ਪਿਆ ਉਸੇ ਦਿਸ਼ਾ ਨੂੰ ਹੀ ਤੇਰਾ ਜਿਹੜਾ ਵਾ ਉਹ ਮਨ ਤੁਰ ਪੈਂਦਾ ਹੈ, ਤੇ ਕਰਵਾਉਂਦਾ ਉਹੀ ਹੈ ਪ੍ਰਮਾਤਮਾ, ਫਿਰ ਉਹ ਭੁਲਾਉਂਦਾ ਵੀ ਉਹ ਆਪ ਹੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀਐ। ਗੁਰੂ ਸਾਹਿਬ ਜੀ ਦੀ ਸ਼ਰਨ ਆਏ ਮਨੁੱਖ ਨੂੰ ਹਰ ਥਾਂ ਜਿੱਥੇ ਵੀ ਉਹ ਜਾਂਦਾ ਹੈ, ਇੱਕੋ ਪ੍ਰਮਾਤਮਾ ਜੋ ਸਿਆਣਾ ਪੁਰਸ਼ ਹੈ, ਹਰ ਇੱਕੋ ਸੁਗੜ, ਸੁਗੜ ਦਾ ਭਾਵ ਹੈ ਸਿਆਣਾ, ਉਹ ਸਿਆਣਾ ਸੁਜਾਨ ਪ੍ਰਭੂ ਜਿਹੜਾ ਹੈ ਉਹ ਪ੍ਰਮਾਤਮਾ ਹੀ ਉਸ ਮਨੁੱਖ ਨੂੰ ਦੇਖਦਾ ਹੈ, ਜਿਹੜਾ ਪ੍ਰਮਾਤਮਾ ਦੀ ਸ਼ਰਨ ਵਿੱਚ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਪੌੜੀ। ਤੁਧ ਆਪੇ ਜਗਤੁ ਪਾਏ ਕੈ, ਤੁਧ ਆਪੇ ਧੰਦੇ ਲਾਇਆ। ਇਹ ਪ੍ਰਭੂ ਤੂੰ ਆਪ ਹੀ ਜਗਤ ਪੈਦਾ ਕਰਕੇ ਤੂੰ ਆਪ ਹੀ ਇਸ ਨੂੰ ਜੰਜਾਲ ਵਿੱਚ ਪਾ ਦਿੱਤਾ। ਮੋਹ ਠਗੌਲੀ ਪਾਏ ਕੈ, ਤੁਧ ਆਪਹੁ ਜਗਤ ਖੁਆਇਆ। ਮਾਇਆ ਦੀ ਮੋਹ ਦੀ ਠੱਗ ਬੂਟੀ ਜਿਹੜੀ ਖਵਾ ਕੇ ਤੂੰ ਜਗਤ ਨੂੰ ਆਪ ਹੀ, ਠਗੌਲੀ ਭਾਵ ਉਹਨੂੰ ਆਪ ਹੀ ਠੱਗਿਆ ਹੋਇਆ ਹੈ, ਭਾਵ ਆਪ ਹੀ ਉਹਨੂੰ ਉਸ ਮਾਇਆ ਦੇ ਮੋਹ ਵਿੱਚ ਪਾ ਕੇ ਤੇ ਉਹਨੂੰ ਆਪਣੀ ਯਾਦ ਜਿਹੜੀ ਖੁੰਝਾ ਦਿੱਤੀ ਹੈ। ਜਿਸ ਨਾ ਅੰਦਰ ਅਗਨ ਹੈ ਨਹਿ ਤ੍ਰਿਪਤੈ ਭੁਖਾ ਤਿਹਾਇਆ। ਜਗਤ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਇਸ ਵਾਸਤੇ ਮਾਇਆ ਦੀ ਤ੍ਰੇਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ। ਬਾਰ ਬਾਰ ਇਹਨੂੰ ਮਾਇਆ ਦੇ ਮੋਹ ਦੀ ਤੇਹ ਤੇ ਭੁੱਖ ਸਤਾਉਂਦੀ ਰਹਿੰਦੀ ਹੈ, ਇਸ ਕਰਕੇ ਦੌੜਾ ਫਿਰਦਾ ਹੈ। ਸਹਸਾ ਇਹ ਸੰਸਾਰ ਹੈ ਮਰ ਜੰਮੈ ਆਇਆ ਜਾਇਆ। ਇਹ ਜਗਤ ਹੈ, ਜਿਹੜਾ ਜਗਤ ਪ੍ਰਮਾਤਮਾ ਨੇ ਪੈਦਾ ਕੀਤਾ, ਸਹਸਾ ਇਹ ਇੱਕ ਤੋਖਲਾ ਹੀ ਹੈ। ਇਸ ਤੋਖਲੇ ਵਿੱਚ ਪਿਆ ਹੋਇਆ ਮਨੁੱਖ ਜੰਮਦਾ ਮਰਦਾ ਹੈ, ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਬਿਨ ਸਤਿਗੁਰ ਮੋਹ ਨਾ ਟੁੱਟਈ, ਬਿਨ ਸਤਿਗੁਰ ਮੋਹ ਨਾ ਟੁੱਟਈ, ਸਭ ਥਕੇ ਕਰਮ ਕਮਾਇਆ। ਮਾਇਆ ਦਾ ਇਹ ਮੋਹ ਗੁਰੂ ਦੀ ਸ਼ਰਨ ਤੋਂ ਬਿਨਾਂ ਟੁੱਟਦਾ ਨਹੀਂ। ਬਥੇਰੇ ਜੀਵ ਹੋਰ ਧਾਰਮਿਕ ਕੰਮਕਾਰ ਕਰਦੇ ਨੇ, ਪਰ ਉਹ ਕੰਮਕਾਰ ਕਰਕੇ ਹਾਰ ਜਾਂਦੇ ਨੇ, ਟੁੱਟ ਜਾਂਦੇ ਨੇ। ਅਸਲ ਵਿੱਚ ਇਹ ਸਤਿਗੁਰੂ ਤੋਂ ਬਗੈਰ, ਗੁਰੂ ਦੀ ਸ਼ਰਨ ਪੈਣ ਤੋਂ ਬਗੈਰ ਇਹ ਮਾਇਆ ਦਾ ਮੋਹ ਟੁੱਟਦਾ ਨਹੀਂ। ਗੁਰਮਤਿ ਨਾਮ ਧਿਆਈ ਹੈ, ਸੁਖ ਰਜਾ ਜਾਂ ਤੁਧ ਪਾਇਆ। ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ।
ਗੁਰਮਤਿ ਨਾਮ ਧਿਆਈਐ। ਗੁਰੂ ਦੀ ਮੱਤ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ। हे ਪ੍ਰਭੂ, ਜਦੋਂ ਤੈਨੂੰ ਭਾਵੇ ਤਾਂ ਹੀ ਜੀਵ ਤੇਰੇ ਨਾਮ ਦੇ ਸੁੱਖ ਵਿੱਚ ਟਿਕ ਕੇ ਤ੍ਰਿਪਤ ਹੁੰਦਾ ਹੈ। ਸੁੱਖ ਰੱਜਾ ਜਾਂ ਤੁਧ ਪਾਇਆ, ਜੇ ਤੈਨੂੰ ਪਾਉਂਦਾ ਹੈ ਤੇ ਉਹ ਰੱਜ ਸਕਦਾ ਹੈ। ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ। ਧਨ ਹੈ ਉਹ ਜੀਵ ਦੀ ਮਾਂ, ਜੰਮਣ ਵਾਲੀ ਮਾਂ, ਜਿਹਨੇ ਨਾਮ ਦੀ ਬਰਕਤ ਨਾਲ ਆਪਣੇ ਖਾਨਦਾਨ ਨੂੰ ਵਿਕਾਰਾਂ ਤੋਂ ਬਚਾ ਲਿਆ ਹੈ। ਹੁਣ ਇਹ ਸਮੁੱਚੀ ਪੌੜੀ ਦਾ ਭਾਵ ਫਿਰ ਮੈਂ ਆਪ ਜੀ ਨੂੰ ਪੂਰੀ ਦੱਸਾਂ। ਇਹਦੇ ਵਿੱਚ ਨਾ ਜਿਸ ਤਰ੍ਹਾਂ ਉੱਪਰਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਲੋਕ ਵਿੱਚ ਵੀ ਜ਼ਿਕਰ ਆਇਆ, ਇਹ ਪ੍ਰਮਾਤਮਾ ਇਹ ਸਭ ਕੁਝ ਹੀ ਕਰਵਾਉਂਦਾ ਹੈ। ਜੋ ਇਹ ਹੋ ਰਿਹਾ ਜਗਤ ਦੇ ਵਿੱਚ, ਮਾਇਆ ਦੇ ਵਿੱਚ ਜਗਤ ਖਵਾ ਰਿਹਾ, ਇਹ ਪ੍ਰਮਾਤਮਾ ਇਹ ਸਭ ਕੁਝ ਤੂੰ ਹੀ ਕਰਾ ਰਿਹਾ। ਪਰ ਇਸ ਨਾਲ ਹੀ ਅਖੀਰ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾ ਦਿੱਤੀ ਕਿ ਭਲਿਆ ਇਸ ਮਾਇਆ ਦੇ ਮੋਹ ਵਿੱਚ ਸਾਰਾ ਜਗਤ ਹੀ ਖਿਲਰਿਆ ਪਿਆ, ਤੇ ਜੇ ਇਹ ਮਾਇਆ ਦਾ ਮੋਹ ਤੂੰ ਤੋੜਨਾ ਚਾਹੁੰਦਾ ਹੈ, ਇਸ ਖੁਆਰੀ ਤੋਂ, ਖੱਜਲ ਖੁਆਰੀ ਤੋਂ ਬਚਣਾ ਚਾਹੁੰਦਾ ਹੈ, ਤੇ ਫਿਰ ਸਤਿਗੁਰੂ ਦਾ ਆਸਰਾ ਤੱਕ ਲੈ। ਕਿਉਂਕਿ ਬੜੇ ਥਾਵਾਂ ਤੇ ਵਾਹਿਗੁਰੂ ਲੋਕ ਭਟਕ ਕੇ ਦੌੜ ਭੱਜ ਕੇ ਵੇਖ ਲਿਆ, ਉਹਨਾਂ ਦੇ ਮਨ ਨੂੰ ਸੰਤੁਸ਼ਟੀ ਨਹੀਂ ਮਿਲੀ, ਧਰਵਾਸ ਨਹੀਂ ਮਿਲੀ, ਟਿਕਾਣਾ ਨਹੀਂ ਮਿਲਿਆ। ਜੇ ਤੂੰ ਚਾਹੁੰਦਾ ਹੈ ਟਿਕਾਣਾ ਮਿਲ ਜਾਵੇ, ਧਰਵਾਸ ਮਿਲ ਜਾਵੇ, ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮਤਿ ਨਾਮ, ਗੁਰੂ ਦੀ ਮੱਤ ਰਾਹੀਂ ਪ੍ਰਮਾਤਮਾ ਦੇ ਨਾਮ ਨੂੰ ਧਿਆਈਏ, ਧਿਆਉਣਾ ਕਰ। ਫਿਰ ਤੇਰੇ ਅੰਦਰ ਸੁੱਖਾਂ ਦਾ ਖਜ਼ਾਨਾ ਜਿਹੜਾ ਵਾ ਉਹ ਭਰ ਜਾਏਗਾ। ਵਾਹਿਗੁਰੂ ਜੀ। ਹਾਂਜੀ, ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ। ਸੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਮਨੁੱਖ, ਜੰਮਣ ਵਾਲੀ ਮਾਂ ਜਿਹੜੀ ਹੈ, ਜਿਹਨੇ ਇਸ ਧਰਤੀ ਦੇ ਉੱਤੇ ਬੱਚੇ ਨੂੰ ਜਨਮ ਦਿੱਤਾ ਹੈ, ਜਿਹਨੇ ਜਨਮ ਦਿੱਤਾ ਹੈ ਭਾਈ, ਉਹ ਧਨ ਹੈ, ਜਿਹਦੀ ਬਰਕਤ ਦੇ ਨਾਲ, ਜਿਹਦੀ ਜੰਮਣ ਵਾਲੀ ਮਾਂ ਦੇ ਨਾਲ, ਜੰਮਣ ਵਾਲੀ ਮਾਂ ਦੇ ਆਸ਼ੀਰਵਾਦ ਦੇ ਨਾਲ, ਜਿਹਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਖਾਨਦਾਨ ਦੇ ਵਿੱਚ ਵਸਾ ਕੇ, ਫਿਰ ਧਿਆਨ ਦੇਣਾ ਕਿਉਂਕਿ ਥੋੜਾ ਜਿਹਾ ਇਹਦੇ ਅਰਥ ਕਰਨ ਲੱਗਿਆ ਕੰਫਿਊਜ਼ਨ ਹੋ ਜਾਂਦੀ ਹੈ। ਜਿਸ ਮਾਂ ਨੇ ਪੈਦਾ ਕੀਤਾ ਆਪਣੀ ਕੁੱਖ ਵਿੱਚੋਂ, ਉਹ ਧਨ ਹੈ। ਕਿਉਂਕਿ ਉਹਨੇ ਆਪਣੇ ਬੱਚਿਆਂ ਨੂੰ, ਜਨਮ ਦੇਣ ਵਾਲੇ ਬੱਚਿਆਂ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਉਸ ਨਾਮ ਦੀ ਬਰਕਤ ਦੇ ਨਾਲ ਉਹਨੇ ਆਪਣੇ ਸਾਰੇ, ਇਕੱਲੇ ਬੱਚਿਆਂ ਨੂੰ ਨਹੀਂ, ਸਾਰੇ ਖਾਨਦਾਨ ਨੂੰ ਹੀ ਇਹਦੇ ਵਿੱਚੋਂ ਬਚਾ ਲਿਆ। ਹੁਣ ਸਤਿਗੁਰੂ ਜੀ ਅੱਗੇ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਸੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਦੇ ਅਖੀਰ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, ਜਗਤ ਵਿੱਚ ਉਸ ਦੀ ਸੋਭਾ ਹੁੰਦੀ ਹੈ, ਤੇ ਉਸ ਦੀ ਸੋਹਣੀ ਸੂਝ ਜਿਹੜੀ ਆ ਉਹਨੂੰ ਆ ਜਾਂਦੀ ਹੈ, ਉਹਨੂੰ ਸੋਹਣੀ ਸੂਝ ਆ ਜਾਂਦੀ ਹੈ। ਇਹ ਦੋ ਪੌੜੀਆਂ ਅਸੀਂ ਵਿਚਾਰ ਲਈਆਂ ਨੇ। ਹੁਣ ਅੱਗੇ ਅਸੀਂ ਤੀਸਰੀ ਪੌੜੀ ਦੇ ਨਾਲ ਜਿਹੜੇ ਸਲੋਕ ਨੇ ਉਹ ਅੱਗੇ ਸਰਵਣ ਕਰਨੇ ਹਨ। ਪਹਿਲਾ ਸਲੋਕ ਜਿਹੜਾ ਤੀਸਰੀ ਪੌੜੀ ਦੇ ਨਾਲ ਹੈ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਲੋਕ ਮਹੱਲਾ ਦੂਜਾ, ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਹੁਣ ਇਹ ਧਿਆਨ ਦੇ ਨਾਲ ਇਹ ਸਲੋਕ ਜਿਹੜਾ ਸਰਵਣ ਕਰਨਾ, ਇਹ ਮਤਲਬ ਭਾਵੇਂ ਨਹੀਂ ਵੀ ਅੱਖਾਂ ਤੋਂ ਬਗੈਰ ਪ੍ਰਮਾਤਮਾ ਦੇ ਦਰਸ਼ਨ ਕਰਨੇ, ਤੇ ਤਾਂ ਸਤਿਗੁਰੂ ਜੀ ਨੇ ਕੰਨਾਂ ਤੋਂ ਬਗੈਰ ਸੁਣਨਾ ਨਹੀਂ। ਅੱਖਾਂ ਦੇ ਨਾਲ ਗੁਰੂ ਬਾਣੀ ਦੇ ਦਰਸ਼ਨ ਕਰਨੇ ਨੇ, ਕੰਨਾਂ ਦੇ ਨਾਲ ਗੁਰੂ ਬਾਣੀ ਨੂੰ ਸੁਣਨਾ ਹੈ, ਪੈਰਾਂ ਨਾਲ ਚੱਲ ਕੇ ਸਤਿਗੁਰੂ ਦੀ ਸੰਗਤ ਕਰਨੀ ਹੈ। ਇਹ ਗੁਰੂ ਦਾ ਸਿਧਾਂਤ ਵੀ ਹੈ, ਪਰ ਅਸੀਂ ਇੱਥੇ ਕੀ ਭਾਵ-ਅਰਥ ਹੈ, ਕਹਿੰਦੇ ਜਿਹੜੀਆਂ ਮਾਇਆ ਵਿੱਚ ਲਿਬਰੇਜ ਨੇ ਨਾ ਅੱਖਾਂ, ਪਰਾਇਆ ਧਨ ਤੱਕਦੀਆਂ ਨੇ, ਉਸ ਧਨ ਵੱਲੋਂ ਅੱਖਾਂ ਨੂੰ ਮੋੜ ਲੈਣਾ। ਇਹਨਾਂ ਅੱਖਾਂ ਨੂੰ ਪਰਾਏ ਧਨ, ਜਿਹੜਾ ਪਰਾਇਆ ਧਨ ਹੈ, ਪਰਾਇਆ ਰੂਪ ਇਹ ਤੱਕਦੀਆਂ ਨੇ, ਪਰਾਇਆ ਧਨ ਤੱਕਦੀਆਂ ਨੇ।
ਜਿਹੜੀਆਂ ਪਰਾਈਆਂ ਵਸਤਾਂ ਨੇ ਉਹਨਾਂ ਵੱਲ ਇਹਦੀ ਨਿਗਾਹ ਏ। ਇਹ ਉਧਰੋਂ ਨਜ਼ਰ ਹਟਾ ਕੇ, ਭਾਵ ਜਗਤ ਵੱਲੋਂ ਆਪਣੀ ਨਜ਼ਰ ਹਟਾ ਕੇ ਤੇ ਨਜ਼ਰ ਕਿੱਧਰ ਕਰਦੀ ਹੈ? ਉਧਰੋਂ ਅੱਖਾਂ, ਜਗਤ ਵੱਲੋਂ ਅੱਖਾਂ ਮੀਟ ਲੈਂਦੀ ਹੈ ਤੇ ਗੁਰੂ ਵੱਲ ਨੂੰ ਇਹਦੀ ਨਿਗਾਹ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ, ਭਾਈ ਅਸਲ ਵਿੱਚ ਪ੍ਰਮਾਤਮਾ ਤਾਂ ਹੀ ਮਿਲਦਾ ਹੈ ਕਿ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ। ਭਾਵ ਅੱਖਾਂ ਦੇ ਨਾਲ ਜਗਤ ਵੱਲ ਨਹੀਂ ਤੱਕਣਾ, ਜਗਤ ਦੇ ਪਰਾਏ ਧਨ ਵੱਲ ਨਹੀਂ ਤੱਕਣਾ, ਪਰਾਏ ਤਨ ਵੱਲ ਨਹੀਂ ਤੱਕਣਾ, ਤੇ ਕੰਨਾਂ ਦੇ ਨਾਲ ਪਰਾਈ ਨਿੰਦਿਆ ਚੁਗਲੀ ਨਹੀਂ ਸੁਣਨੀ। ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਨੇ, ਕੰਨਾਂ ਨਾਲ ਗੁਰੂ ਦੇ ਬਚਨ ਸੁਣਨੇ ਨੇ। ਪੈਰਾਂ ਬਾਝੋਂ ਚੱਲਣਾ ਵੀ ਹੱਥਾਂ ਕਰਨਾ। ਜਿਹੜੇ ਪੈਰ ਚੱਲਦੇ ਸਨ ਮਾੜੇ ਕਰਮ ਕਰਨ ਵਾਸਤੇ, ਉਹਨਾਂ ਨੂੰ ਰੋਕ ਲੈਣਾ। ਇਹ ਪੈਰ ਜਿਹੜੇ ਨੇ ਹੁਣ ਇਹਨਾਂ ਨੂੰ ਉੱਥੇ ਰੋਕ ਕੇ ਤੇ ਗੁਰੂ ਵੱਲ ਨੂੰ ਜਿਹੜਾ ਵਾ ਆਪਣੇ ਕਦਮ ਪੁੱਟਣੇ। ਵਿਣ ਹੱਥਾਂ ਕਰਨਾ, ਜਿਹੜੇ ਹੱਥ ਮੰਦੇ ਕਰਮ ਕਰਦੇ ਸਨ, ਭਾਵ ਕਿਸੇ ਦਾ ਨੁਕਸਾਨ ਕਰਦੇ ਸਨ, ਉਹ ਨੁਕਸਾਨ ਵੱਲੋਂ ਆਪਣੇ ਹੱਥਾਂ ਨੂੰ ਰੋਕਣਾ। ਕਿਸੇ ਦੀ ਮਤਲਬ ਕਿਸੇ ਦਾ ਗਲਾ ਘੁੱਟਣਾ ਜਾਂ ਇਹਨਾਂ ਹੱਥਾਂ ਦੇ ਨਾਲ ਕਿਸੇ ਦੀ ਪੱਤ ਨੂੰ ਹੱਥ ਪਾਉਣਾ, ਇਹ ਸਾਰਾ ਕੁਝ ਆ ਜਾਂਦਾ। ਇਹ ਹੱਥਾਂ ਨੂੰ ਰੋਕ ਕੇ ਮਾੜੇ ਕਰਮਾਂ ਵੱਲੋਂ, ਸਮੁੱਚੀ ਗੱਲ ਇਹ ਕਿ ਮਾੜੇ ਕਰਮਾਂ ਵੱਲੋਂ ਰੋਕ ਕੇ ਤੇ ਪ੍ਰਮਾਤਮਾ ਵੱਲ ਇਹਨਾਂ ਨੂੰ ਜੋੜ ਲੈਣਾ। ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਤੇ ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ। ਹੁਣ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਜਿਹੜੀ ਜੀਭ ਹੈ ਨਾ, ਜਿਹੜੀ ਤੈਨੂੰ ਪ੍ਰਮਾਤਮਾ ਨੇ ਦਿੱਤੀ ਹੈ, ਇਹ ਬਿਨਾਂ ਬੋਲਿਆ, ਹੁਣ ਜੇ ਆਖੀਏ ਕਿ ਅਸੀਂ ਹੁਣ ਬਾਣੀ ਵੀ ਨਹੀਂ ਪੜ੍ਹ ਸਕਦੇ, ਫਿਰ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਜ਼ੁਬਾਨ ਦੇ ਨਾਲ ਜਿਹੜੀ ਤੂੰ ਨਿੰਦਾ ਕਰਦੀ ਸੀ ਨਾ, ਬਾਰ-ਬਾਰ ਨਿੰਦਿਆ ਕਰੀ ਜਾਣੀ, ਚੁਗਲੀ ਕਰੀ ਜਾਣੀ, ਉਸ ਨਿੰਦਿਆ ਚੁਗਲੀ ਵੱਲੋਂ ਇਸ ਜ਼ੁਬਾਨ ਨੂੰ ਹਟਾ ਕੇ, ਉਧਰੋਂ ਚੁੱਪ ਕਰਾ ਕੇ, ਬੋਲਣੋਂ ਚੁੱਪ ਕਰਾ ਕੇ ਇੱਧਰ ਪ੍ਰਮਾਤਮਾ ਦੀ ਉਸਤਤ ਵੱਲ ਆਉਣਾ। ਇਸ ਤਰ੍ਹਾਂ ਫਿਰ ਮਨੁੱਖ ਜਿਹੜਾ ਵਾ ਜਿਉਂਦਿਆਂ ਜੀ, ਕਹਿੰਦੇ ਆ ਨਾ ਕਿ ਇੱਕ ਮੌਤ ਹੈ ਸਰੀਰਕ ਮੌਤ, ਇੱਕ ਆਤਮਿਕ ਮੌਤ। ਸਰੀਰਕ ਮੌਤੇ ਮਰਿਆ ਮਨੁੱਖ ਕਦੇ ਵਾਪਸ ਨਹੀਂ ਆਉਂਦਾ। ਜੇ ਆਤਮਿਕ ਮੌਤ ਹੋ ਜਾਵੇ ਨਾ, ਤੇ ਉਹ ਜਗਤ ਦੇ ਵਿੱਚ ਝੂਠਾ ਕਹਿਲਾਉਂਦਾ ਹੈ। ਜਿਹਦੀ ਆਤਮਾ ਮਰ ਜਾਏ, ਤੇ ਆਤਮਾ ਕਿੱਦਾਂ ਮਰਦੀ ਹੈ? ਉਹ ਇਹਨਾਂ ਇੰਦਰੀਆਂ ਦੇ ਨਾਲ ਮੰਦ ਕਰਮ ਕਮਾਉਂਦਾ ਹੈ। ਆਤਮਾ ਨੂੰ ਜਿਉਂਦੇ ਰੱਖਣ ਵਾਸਤੇ ਸੰਸਾਰ ਵੱਲੋਂ ਇਹਨਾਂ ਇੰਦਰੀਆਂ ਨੂੰ ਰੋਕ ਲੈਣਾ। ਇਹਦੇ ਨਾਲ ਇੰਦਰੀਆਂ ਦੇ ਨਾਲ ਜਿਹੜਾ ਵਾ ਫਿਰ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ। ਤੇ ਫਿਰ ਸੰਸਾਰ ਵਿੱਚ ਕਹਿੰਦੇ ਆ ਨਾ ਕਿ ਮਨੁੱਖ ਜਗਤ ਵੱਲੋਂ ਮਰੇ ਤੇ ਭਗਤੀ ਵੱਲ ਜੁੜ ਜਾਏ। ਜਗਤ ਵੱਲੋਂ ਆਪਣੇ ਆਪ ਨੂੰ ਮਾਰ ਲਵੇ, ਇਉਂ ਜੀਵਤ ਮਰਨਾ। ਇਉਂ ਜਿਉਂਦਿਆਂ ਜੀ ਆਪਣੇ ਆਪ ਨੂੰ ਜਗਤ ਦੀਆਂ ਖਵਾਇਸ਼ਾਂ ਵੱਲੋਂ ਮਾਰ ਲੈਣਾ ਤੇ ਪ੍ਰਮਾਤਮਾ ਦੇ ਦਰ ਉੱਤੇ ਉਹਦੀ ਜਿਹੜੀ ਹੈ ਜ਼ਿੰਦਗੀ ਹੋ ਜਾਂਦੀ ਹੈ, ਉਹ ਜਿਉਂਦਾ ਹੋ ਜਾਂਦਾ ਹੈ। ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ। ਇਹ ਜਿਉਂਦਿਆਂ ਜੀ ਮਰਨ ਦਾ ਤਰੀਕਾ ਹੈ। ਜਿਸ ਤਰ੍ਹਾਂ ਗੁਰਬਾਣੀ ਦੀ ਪੰਕਤੀ ਹੈ, ਜਬ ਤੋਂ ਪ੍ਰੇਮ ਖੇਲਣ ਕਾ ਜਾਉ, ਸਿਰ ਧਰ ਤਲੀ ਗਲੀ ਮੇਰੀ ਆਉ, ਚਿਤ ਮਾਰਕ ਪੈਰ ਧਰੀਜੈ, ਸਿਰ ਦੀਜੈ ਕਾਣਾ ਨਾ ਕੀਜੈ। ਇੱਥੇ ਸਿਰ ਦੇਣ ਦਾ ਭਾਵ ਇਹ ਹੈ, ਜਿੱਥੇ ਅਸੀਂ ਸਿੱਖ ਇਤਿਹਾਸ ਨੇ ਤਲੀ ਉੱਤੇ ਸੀਸ ਰੱਖ ਕੇ ਲੜਨਾ ਵੀ ਪ੍ਰਵਾਨ ਕੀਤਾ, ਸਰੀਰ ਰੂਪ ਵਿੱਚ ਵੀ। ਪਰ ਗੁਰਬਾਣੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਤੂੰ ਆਪਣਾ ਸੀਸ ਤਲੀ ਤੇ ਰੱਖਦਾ ਨਾ, ਇਸੇ ਤਰ੍ਹਾਂ ਹੀ ਆਪਣਾ ਜਿਹੜਾ ਸਿਰ ਹੈ, ਭਾਵ ਅਹੰਕਾਰ ਰੂਪੀ ਜਿਹੜਾ ਸਿਰ ਹੈ ਨਾ, ਤੂੰ ਤਾਂ ਚੁੱਕਿਆ ਹੋਇਆ, ਉਸ ਸਿਰ ਨੂੰ ਵੱਢ ਦੇ, ਉਹਨੂੰ ਆਪਣੀ ਤਲੀ ਤੇ ਰੱਖ ਕੇ ਲਿਆ ਗੁਰੂ ਦੇ ਚਰਨਾਂ ਵਿੱਚ। ਇਹ ਸਿਰ ਦੇਣ ਲੱਗਿਆ ਇੱਕ ਖਿੰਨ ਮਾਤਰੀ ਵੀ ਕਾਣ ਨਾ ਕਰੀ ਕਿ ਮੈਂ ਸਿਰ ਰੱਖਾਂ ਕਿ ਨਾ ਰੱਖਾਂ, ਕਿਉਂਕਿ ਗੁਰੂ ਦੇ ਘਰ ਵਿੱਚ ਤੇਰਾ ਜੀਵਨ ਹੋਣਾ ਤੇ ਉੱਥੇ ਜਿਹੜੀ ਭੇਟ ਆਏ ਉਹ ਸਿਰ ਲੱਗਦਾ। ਤੇ ਜੇ ਸਿਰ ਗੁਰੂ ਦੇ ਅੱਗੇ ਸੌਂਪ ਦੇਵੇਂਗਾ, ਜਿਹੜੀ ਸਿਰ ਦੇ ਵਿੱਚ ਸਭ ਕੁਝ ਮੱਤ ਬੁੱਧ, ਇਹ ਜਿੰਨਾ ਕੁਝ ਹੀ ਹੈ, ਸਿੱਖ ਮੱਤ ਸਭ ਬੁੱਧ ਤੁਮਾਰੀ, ਇਹ ਬੇਨਤੀ ਕਰ ਸੱਚੇ ਪਾਤਸ਼ਾਹ, ਇਹ ਸਾਰਾ ਕੁਝ ਤੇਰਾ ਏ, ਉਹ ਸਿਰ ਲਾ ਕੇ ਅੱਗੇ ਰੱਖ ਦੇ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਇਸ ਤਰ੍ਹਾਂ ਕਰੇਗਾ ਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੈ ਮਿਲਣਾ, ਫਿਰ ਤੂੰ ਗੁਰੂ ਦਾ ਸਿੱਖ ਬਣ ਕੇ ਪ੍ਰਭੂ ਪ੍ਰਮਾਤਮਾ ਦਾ ਹੁਕਮ ਪਛਾਣੇਗਾ ਤੇ ਉਸ ਹੁਕਮ ਵਿੱਚ ਫਿਰ ਕੀ ਮਿਲੇਗਾ ਤੈਨੂੰ? ਪ੍ਰਮਾਤਮਾ। ਉਸ ਹੁਕਮ ਵਿੱਚ ਤੈਨੂੰ ਪ੍ਰਮਾਤਮਾ ਮਿਲੇਗਾ ਤੇ ਫਿਰ ਤੂੰ ਗਾਉਣ ਲੱਗ ਜਾਵੇਂਗਾ ਕਿ ਇਸ ਧਰਤੀ ਦੇ ਉੱਤੇ ਉਸ ਪ੍ਰਮਾਤਮਾ ਦੇ ਹੁਕਮ ਤੋਂ ਬਗੈਰ ਹੋਰ ਕੁਝ ਨਹੀਂ।
इस तरह सतगुरु जी ने सानू ये समझाने का यत्न किया है। अगला श्लोक है गुरु अंगद साहब सच्चे पातशाह जी का। साहब बख्शिश करते ने महला दूजा, दिसै सुनिए जानिए साओ न पाया जाए। साओ का भाव है आनंद, स्वाद। जिहड़ा परमात्मा ना कुदरत विच वसदा, सारी कुदरत विच, ते ये दिसदा भी है, दिस रहा है। उस दी जीवन रौं सारी रचना विच सुनी दी है। उस दे कम्मां तो जाप रहा है कि वो कुदरत विच मौजूद है, फिर भी वो परमात्मा जिहड़ा है उसदे मिलाप दा स्वाद जीव नूं हासिल नहीं हुंदा। सारा कुछ ही दिसदा है, दिखदा भी पिया कुदरत दे विच परमात्मा कण कण दे विच, सुणदे भी कंनां दे नाल पए आ कि परमात्मा हर थां घट घट में हर जू बसै। जाणदे भी हैं, गुरु ने समझाया भी है, पर फिर भी स्वाद नहीं आ रहा, वो आनंद हासिल नहीं हो रहा। क्यों? ये क्यों हो रहा? क्योंकि रूहला टुंडा अंधुला। रूहला का भाव है पैरों तो हीना, जिन्होंने लूला कह दें। टुंडा हथां तो हीना, अंधुला अन्ना। गुरु साहब कहते हैं कि इस वास्ते कि प्रभु नूं मिलण लई जीव दे ना ही पैर ने, ना ही हथ ने, ते ना ही इहदियां अखां ने। हुण उपर आया ना, गुरु साहब ने कहा कि भाई ਆਪਣੀਆਂ ਅੱਖਾਂ ਨੂੰ ਅੰਨੀਆਂ ਕਰ ਲਾ ਕਿਧਰੋਂ ਜਗਤ ਵੱਲੋਂ। ਇਹ ਹੁਣ ਇਹਦੇ ਕੋਲ ਜਿਹੜੀਆਂ ਅੱਖਾਂ ਨੇ ਉਹ ਜਗਤ ਵੇਖਣ ਵਾਸਤੇ ਨੇ, ਹੱਥ ਜਿਹੜੇ ਨੇ ਜਗਤ ਦੇ ਕੰਮ ਕਰਨ ਵਾਸਤੇ ਨੇ, ਪ੍ਰਮਾਤਮਾ ਵੱਲ ਨੂੰ ਇਹਦੇ ਹੱਥ ਨਹੀਂ ਲੱਗਦੇ। ਇਸ ਕਰਕੇ ਪਹਿਲਾਂ ਸਤਿਗੁਰੂ ਨੇ ਆਖਿਆ ਕਿ ਭਾਈ ਆਪਣੇ ਹੱਥਾਂ ਨੂੰ ਜਿਹੜਾ ਵਾ ਉਹ ਜਗਤ ਵੱਲੋਂ ਇਹ ਇੰਦਰੀਆਂ ਨੂੰ ਮੋੜ ਕੇ, ਮੈਂ ਇੰਦਰੀਆਂ ਕਵਾਂਗਾ, ਇਹਨਾਂ ਇੰਦਰੀਆਂ ਨੂੰ ਜਗਤ ਵੱਲੋਂ ਮੋੜ ਕੇ ਤੇ ਪ੍ਰਮਾਤਮਾ ਵੱਲ ਲਾ ਲੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਉਂ ਨਹੀਂ ਇਹ ਸਾਰਾ ਕੁਝ ਸੁਣਦਾ, ਇਹ ਕਿਉਂ ਨਹੀਂ ਪ੍ਰਮਾਤਮਾ ਨੂੰ ਮਿਲ ਸਕਦਾ? ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦਿਸੈ ਸੁਣੀਐ ਜਾਣੀਐ। ਇਹਨੂੰ ਇਹ ਵੇਖ ਵੀ ਰਿਹਾ ਵਾ, ਸੁਣ ਵੀ ਰਿਹਾ ਤੇ ਜਾਣ ਵੀ ਗਿਆ ਏ, ਪਰ ਫਿਰ ਵੀ ਉਹ ਆਨੰਦ ਇਹਨੂੰ ਸਾਉ ਨਾ ਪਾਇਆ ਜਾਏ, ਫਿਰ ਵੀ ਉਹ ਸਵਾਦ ਆਨੰਦ ਨਹੀਂ ਆ ਰਿਹਾ। ਕਿਉਂ? ਕਿਉਂਕਿ ਅਸਲ ਵਿੱਚ ਇਹਦੇ ਕੋਲ ਉਹ ਹੱਥ ਪੈਰ ਤੇ ਉਹ ਅੱਖਾਂ ਨਹੀਂ ਜਿਹਦੇ ਨਾਲ ਮਨੁੱਖ ਦੌੜ ਕੇ ਹੱਥਾਂ ਨਾਲ ਗਲ ਵਕੜੀ ਪਾ ਲਏ ਤੇ ਉਹਦੇ ਦਰਸ਼ਨ ਕਰ ਲਏ। ਇਹ ਇਹਦੇ ਕੋਲ ਉਹ ਤਰੀਕਾ ਨਹੀਂ ਹੈਗਾ। ਫਿਰ ਇਹ ਕਿਵੇਂ ਭੱਜ ਕੇ ਗੱਲ ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਹੁਣ ਵੇਖੋ, ਭੈ ਕੇ ਚਰਨ, ਇੱਥੇ ਵਿਸ਼ਰਾਮ ਹੈ। ਭੈ ਦਾ ਭਾਵ ਹੈ ਡਰ। ਜਿਹੜੇ ਇਹਦੇ ਚਰਨ ਨੇ ਉਹ ਕਦਮ, ਅਸੀਂ ਕਹਿੰਦੇ ਨਾ ਭਾਈ ਹੁਣ ਤੂੰ ਸਿਆਣਾ ਹੋ ਗਿਆ, ਹੁਣ ਕਦਮ ਧੀ ਨੂੰ ਪੁੱਤ ਨੂੰ ਅਸੀਂ ਆਖਦੇ ਹਾਂ ਘਰ ਦੇ ਵਿੱਚ ਕਿ ਧੀਏ ਪੁੱਤਰ ਆਪਣੇ ਹੁਣ ਕਦਮ ਬੜੇ ਧਿਆਨ ਨਾਲ ਡਰ ਡਰ ਕੇ ਰੱਖੀ, ਕਿਉਂਕਿ ਹੁਣ ਤੂੰ ਜਵਾਨ ਹੋ ਗਿਆ, ਤੂੰ ਜਵਾਨ ਹੋ ਗਈ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਵੇਂ ਭੱਜ ਕੇ ਪ੍ਰਭੂ ਨੂੰ ਗਲ ਜਾ ਕੇ ਲੱਗਿਆ ਜਾ ਸਕੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਣੇ ਜਿਹੜੇ ਪੈਰ ਨੇ ਉਹ ਡਰ ਦੇ ਪੈਰ ਬਣਾ ਲੈ। ਡਰ ਕਿਹਦਾ ਹੋਵੇ? ਪ੍ਰਭੂ ਦਾ। ਕਰ ਭਾਵ ਕੇ, ਕਰ ਕਹਿੰਦੇ ਨੇ ਅੱਖਾਂ ਨੂੰ, ਭਾਵ ਪਿਆਰ। ਆਪਣੇ ਜਿਹੜੇ ਹੱਥ ਨੇ ਉਹਨਾਂ ਦੇ ਵਿੱਚ ਪਿਆਰ ਹੋਵੇ। ਹੁਣ ਇਹ ਨਾ ਹੋਵੇ ਵੀ ਤੇਰੇ ਹੱਥ ਗਰੀਬਾਂ ਦਾ ਗਲਾ ਘੁੱਟਣ ਨੂੰ ਤੁਰ ਪੈਣ ਨਾ, ਇਹਨਾਂ ਨੂੰ ਪਿਆਰ ਸਿਖਾ ਆਪਣੇ ਹੱਥਾਂ ਨੂੰ। ਤੇ ਅੱਗੇ ਨਾਲ ਹੀ ਲੋਇਣ ਸੁਰਤ ਕਰੇ। ਸੁਰਤ ਭਾਵ ਧਿਆਨ। ਤੇਰੀਆਂ ਅੱਖਾਂ ਹਮੇਸ਼ਾ ਪਰਾਇਆ ਤਨ, ਪਰਾਇਆ ਧਨ ਨੂੰ ਲੱਗਣ। ਉਹ ਧਿਆਨ ਜਿਹੜਾ ਸੁਰਤ ਦਾ, ਜਿਹੜੀਆਂ ਤੇਰੀਆਂ ਅੱਖਾਂ ਦਾ ਧਿਆਨ ਹੈ ਨਾ, ਉਹ ਪਰਮਾਤਮਾ ਵਿੱਚ ਟਿਕ ਜਾਏ, ਭਾਵ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹੇ। ਤੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਨਾਨਕ ਕਹੈ ਸਿਆਣੀਐ ਇਵ ਕੰਤ ਮਿਲਾਵਾ ਹੋਏ। ਇਸ ਤਰ੍ਹਾਂ ਸਿਆਣੀ ਜੀਵ ਜਿਹੜੀ ਇਸਤਰੀ ਹੈ ਨਾ, ਇਸ ਤਰੀਕੇ ਦੇ ਨਾਲ ਆਪਣੇ ਪ੍ਰਭੂ ਖਸਮ, ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ। ਜਿਹੜੀ ਜੀਵ ਰੂਪੀ ਇਸਤਰੀ ਆਪਣੇ ਹੱਥਾਂ ਨੂੰ, ਆਪਣੇ ਪੈਰਾਂ ਨੂੰ, ਆਪਣੀਆਂ ਅੱਖਾਂ ਨੂੰ, ਭਾਵ ਇਹਨਾਂ ਇੰਦਰੀਆਂ ਨੂੰ ਸੰਸਾਰ ਵੱਲੋਂ ਤੋੜ ਕੇ, ਇਹ ਨਹੀਂ ਵੀ ਅਸੀਂ ਸੰਸਾਰੀ ਕਾਰਜ ਛੱਡ ਦੇਣੇ, ਕਿਉਂਕਿ ਵਿਚਾਰ ਕਾਫੀ ਲੰਬੀ ਹੋ ਜਾਵੇਗੀ, ਅਸੀਂ ਕੇਵਲ ਸੰਖਿਆ ਕਰ ਰਹੇ ਹਾਂ। ਤੇ ਮੈਂ ਅਖੀਰ ਵਿੱਚ ਇਹ ਗੱਲ ਕਰਾਂਗਾ ਕਿ ਭਾਈ
ਸੰਸਾਰ ਦੇ ਮੋਹ ਨੂੰ ਤਿਆਗ ਕੇ ਕੰਮ ਸਾਰੇ ਕਰਨੇ ਨੇ, ਆਪਣਾ ਗ੍ਰਸਤੀ ਜੀਵਨ ਪੂਰਾ ਨਿਭਾਉਣਾ ਹੈ, ਪਰ ਉਹਦੇ ਵਿੱਚ ਰੱਤੀ ਭਰ ਵੀ ਲਾਲਚ, ਉਹਦੇ ਵਿੱਚ ਕਿਤੇ ਮਨ ਦੇ ਵਿੱਚ ਲਾਲਚ ਕਾਰਨ ਵਿਕਾਰ ਆ ਜਾਣ, ਉਹਨਾਂ ਵੱਲੋਂ ਆਪਣੇ ਇਹਨਾਂ ਇੰਦਰੀਆਂ ਨੂੰ ਬੰਦ ਕਰਕੇ ਤੇ ਗੁਰੂ ਵੱਲ ਇੰਦਰੀਆਂ ਖੋਲਣੀਆਂ। ਗੁਰੂ ਐਸੀਆਂ ਬਖਸ਼ਿਸ਼ਾਂ ਕਰੇਗਾ ਕਿ ਆਉਣ ਵਾਲੇ ਸਮੇਂ ਵਿੱਚ ਘਰ ਦੇ ਵਿੱਚ ਖੁਸ਼ੀਆਂ ਜਿਹੜੇ ਆਨੰਦ ਹੀ ਬਣਿਆ ਰਹੇਗਾ। ਸੋ ਇੰਨੀਆਂ ਕੁ ਬੇਨਤੀਆਂ ਗੁਰੂ ਸਾਹਿਬ ਰਹਿਮਤ ਕਰਨ, ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਪ ਸਭ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੋ ਰੋਜ਼ਾਨਾ ਹੀ ਗੁਰੂ ਦੀ ਬਾਣੀ ਸਰਵਣ ਕਰਕੇ ਤੇ ਆਪ ਦੀ ਲਾਹਾ ਪ੍ਰਾਪਤ ਕਰਦੇ ਜੇ। ਆਸ ਹੈ ਇਸੇ ਤਰ੍ਹਾਂ ਹੀ ਆਪ ਜੀ ਨੇ ਜੁੜੇ ਰਹਿਣਾ। ਸੋ ਕੱਲ ਸਵੇਰ ਦੀ ਕਲਾਸ ਵਿੱਚ ਇਸੇ ਤਰ੍ਹਾਂ ਹੀ ਅਸੀਂ 11:30 ਤੋਂ 12:15 ਵਜੇ ਤੱਕ ਜੁੜਾਂਗੇ, ਜਿਸ ਵਿੱਚ ਆਪ ਜੀ ਇਤਿਹਾਸ ਸਰਵਣ ਕਰ ਰਹੇ ਜੀ। ਸਿੱਖ ਰਾਜ ਕਿਵੇਂ ਬਣਿਆ, ਅਬਦਾਲੀ ਦਾ ਹਮਲਾ ਹੋਇਆ ਸੀ ਤੇ ਗੁਰਬਾਣੀ ਦੀ ਸੰਖਿਆ ਜੋ ਹੈ ਹੁਣ 139 ਅੰਕ ਤੱਕ ਪਹੁੰਚ ਚੁੱਕੀ ਹੈ, ਉਹ ਆਪ ਜੀ ਸਰਵਣ ਕਰ ਰਹੇ ਹੋ। ਸੋ ਇਸੇ ਤਰ੍ਹਾਂ ਇਹ ਕਲਾਸਾਂ ਚੱਲਣਗੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਦਿਓ ਅਸੀਸ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।